ਆਓ ਸਿੱਧਾ ਇਸ ਖਾਸ ਵਿਸ਼ਲੇਸ਼ਣ ਵੱਲ ਚੱਲਦੇ ਹਾਂ। 18ਵੀਂ ਸਦੀ ਦੀਆਂ ਸਿੱਖ ਮਿਸਲਾਂ। ਇਹ ਬੜੀ ਕਮਾਲ ਦੀ ਕਹਾਣੀ ਹੈ ਕਿ ਕਿਵੇਂ ਖਿੰਡਰੇ ਹੋਏ ਸੁਤੰਤਰਤਾ ਸੈਨਾਨੀ ਇਕੱਠੇ ਹੋ ਕੇ ਇੱਕ ਬਹੁਤ ਹੀ ਤਾਕਤਵਰ ਸਾਮਰਾਜ ਬਣਾ ਲੈਂਦੇ ਨੇ। ਇਹ ਸਿਰਫ ਇਤਿਹਾਸ ਨਹੀਂ ਹੈ, ਇਹ ਬੇਮਿਸਾਲ ਹਿੰਮਤ ਦਾ ਇੱਕ ਅਜਿਹਾ ਸਫ਼ਰ ਹੈ ਜੋ ਸਭ ਨੂੰ ਹੈਰਾਨ ਕਰ ਦਿੰਦਾ ਹੈ। ਹੁਣ 1765 ਦੇ ਜੰਗਨਾਮਾ ਵਿੱਚੋਂ ਲਿਆ ਗਿਆ ਇਹ ਹਵਾਲਾ ਦੇਖੋ। ਇਹ ਉਨ੍ਹਾਂ ਯੋਧਿਆਂ ਦੇ ਨਿਡਰ ਸੁਭਾਅ ਨੂੰ ਬਿਲਕੁਲ ਸਹੀ ਢੰਗ ਨਾਲ ਬਿਆਨ ਕਰਦਾ ਹੈ। ਜਦੋਂ ਪੰਜਾਬ ਲਗਾਤਾਰ ਹਮਲਿਆਂ ਦਾ ਸਾਹਮਣਾ ਕਰ ਰਿਹਾ ਸੀ ਤਾਂ ਜੱਸਾ ਸਿੰਘ ਐਲੂਵਾਲੀਆ ਵਰਗੇ ਆਗੂ ਇੱਕ ਪਹਾੜ ਵਾਂਗ ਡਟੇ ਰਹੇ। ਮਤਲਬ ਇਹ ਦਲੇਰੀ ਦੀ ਇੱਕ ਬਹੁਤ ਹੀ ਸਪਸ਼ਟ ਅਤੇ ਵੱਡੀ ਝਲਕ ਹੈ। ਸੋ ਇਹ ਸਾਮਰਾਜ ਅਰਾਜਕਤਾ ਵਿੱਚੋਂ ਨਿਕਲ ਕੇ ਕਿਵੇਂ ਖੜਾ ਹੋਇਆ, ਆਪਾਂ ਇਸ ਪੂਰੇ ਸਫ਼ਰ ਤੇ ਨਜ਼ਰ ਮਾਰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਦੇ ਹਾਲਾਤਾਂ ਤੋਂ ਸ਼ੁਰੂ ਹੋ ਕੇ ਕਿਵੇਂ ਛੋਟੇ-ਛੋਟੇ ਬਾਗੀ ਜਥਿਆਂ ਨੇ ਮਿਲ ਕੇ 12 ਵੱਡੀਆਂ ਮਿਸਲਾਂ ਬਣਾਈਆਂ ਅਤੇ ਅੰਤ ਵਿੱਚ ਇੱਕ ਵਿਸ਼ਾਲ ਸਿੱਖ ਰਾਜ ਦੀ ਸਥਾਪਨਾ ਹੋਈ। ਪੂਰਾ ਦਾ ਪੂਰਾ ਢਾਂਚਾ ਹੀ ਬਦਲ ਰਿਹਾ ਸੀ ਉਸ ਵੇਲੇ। ਅਸਲ ਵਿੱਚ ਇਸ ਇਤਿਹਾਸ ਦੀ ਜੜ ਤੱਕ ਜਾਣ ਲਈ ਦੋ ਸ਼ਬਦਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪਹਿਲਾ ਹੈ ਜਥੇ, ਜੋ ਸ਼ੁਰੂਆਤੀ ਦੌਰ ਦੇ ਛੋਟੇ ਸੁਤੰਤਰ ਲੜਾਕੂ ਸਮੂਹ ਸਨ, ਅਤੇ ਦੂਜਾ ਹੈ ਮਿਸਲਾਂ, ਯਾਨੀ ਉਹ ਵੱਡੇ ਅਤੇ ਸੁਤੰਤਰ ਸਿੱਖ ਸੰਘ ਜੋ ਬਾਅਦ ਵਿੱਚ ਜਾ ਕੇ ਬਣੇ। ਬਸ ਇਨ੍ਹਾਂ ਦੋ ਸ਼ਬਦਾਂ ਦਾ ਸਫ਼ਰ ਹੀ ਸਮਝੋ ਸਾਮਰਾਜ ਦੇ ਉਭਾਰ ਦੀ ਅਸਲ ਕਹਾਣੀ ਹੈ। ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਇਹ ਸਾਰਾ ਪੁਨਰਗਠਨ ਕੋਈ ਸ਼ੌਕ ਨਹੀਂ ਸੀ, ਇਹ ਤਾਂ ਬਚਾਓ ਦਾ ਇੱਕੋ ਇੱਕ ਤਰੀਕਾ ਸੀ। ਜ਼ਰਾ ਉਸ ਵੇਲੇ ਦੇ ਪੰਜਾਬ ਬਾਰੇ ਸੋਚੋ। ਚਾਰੇ ਪਾਸਿਓਂ ਖਤਰੇ ਹੀ ਖਤਰੇ ਸਨ। ਇੱਕ ਪਾਸੇ ਜ਼ਾਲਿਮ ਮੁਗਲਾਂ ਦਾ ਅਤਿਆਚਾਰ, ਦੂਜੇ ਪਾਸੇ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਅਫਗਾਨ ਹਮਲਾਵਰ ਅਤੇ ਨਾਲ ਹੀ ਅੱਗੇ ਵਧ ਰਹੇ ਮਰਾਠੇ। ਇਨ੍ਹਾਂ ਹਾਲਾਤਾਂ ਵਿੱਚ ਖੁਦ ਨੂੰ ਜਥੇਬੰਦ ਕਰਨਾ ਤਾਂ ਸਭ ਤੋਂ ਵੱਡੀ ਲੋੜ ਸੀ ਨਾ। ਹੁਣ ਇਹ ਅੰਕੜਾ ਬੜਾ ਹੈਰਾਨ ਕਰਨ ਵਾਲਾ ਹੈ। 1748 ਵਿੱਚ ਸਿੰਘਪੁਰੀਆ ਮਿਸਲ ਦੇ ਨਵਾਬ ਕਪੂਰ ਸਿੰਘ ਦੀ ਦੂਰਅੰਦੇਸ਼ੀ ਕਾਰਨ 65 ਸੁਤੰਤਰ ਲੜਾਕੂ ਜਥਿਆਂ ਨੂੰ ਦਲ ਖਾਲਸਾ ਦੇ ਇੱਕ ਝੰਡੇ ਹੇਠ ਸਿਰਫ 12 ਤਾਕਤਵਰ ਮਿਸਲਾਂ ਵਿੱਚ ਇਕੱਠਾ ਕਰ ਦਿੱਤਾ ਗਿਆ। ਇਹ ਕੋਈ ਛੋਟੀ ਗੱਲ ਨਹੀਂ ਸੀ, ਇਹ ਇੱਕ ਬਹੁਤ ਹੀ ਕਮਾਲ ਦਾ ਰਣਨੀਤਿਕ ਕਦਮ ਸੀ ਜਿਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਆਪਾਂ ਇਹਨਾਂ ਵਿੱਚੋਂ ਸਿਰਫ 3 ਮਹਾਨ ਮਿਸਲਾਂ ਦੀ ਹੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਦੇ ਸੰਸਥਾਪਕ ਕਿੰਨੇ ਵੱਖ-ਵੱਖ ਪਿਛੋਕੜਾਂ ਤੋਂ ਆਏ ਸਨ। ਇੱਕ ਪਾਸੇ ਫੌਜੀ ਕਮਾਂਡਰ ਜੱਸਾ ਸਿੰਘ ਆਹਲੂਵਾਲੀਆ ਨੇ, ਜਿਨ੍ਹਾਂ ਨੇ ਸਿੱਧਾ ਲਾਹੌਰ ਅਤੇ ਦਿੱਲੀ ਦੇ ਕਿਲਿਆਂ ਤੇ ਕਬਜ਼ਾ ਕੀਤਾ, ਅਤੇ ਦੂਜੇ ਪਾਸੇ ਬਾਬਾ ਦੀਪ ਸਿੰਘ ਜੀ ਵਰਗੇ ਵਿਦਵਾਨ ਅਤੇ ਸ਼ਹੀਦ, ਜਿਨ੍ਹਾਂ ਨੇ ਅੰਮ੍ਰਿਤਸਰ ਦੀ ਰਾਖੀ ਲਈ ਆਪਣਾ ਸਭ ਕੁਝ ਵਾਰ ਦਿੱਤਾ। ਹਰ ਖੇਤਰ ਵਿੱਚ ਇਹਨਾਂ ਦੀ ਆਪਣੀ ਮੁਹਾਰਤ ਹੀ ਇਹਨਾਂ ਦੀ ਅਸਲੀ ਤਾਕਤ ਸੀ। ਤਾਕਤ ਦੀ ਗੱਲ ਚੱਲੀਏ ਤਾਂ ਭੰਗੀ ਮਿਸਲ ਦੀ 1762 ਵਾਲੀ ਜਿੱਤ ਨੂੰ ਕਿਵੇਂ ਭੁੱਲ ਸਕਦੇ ਹਾਂ। ਜਦੋਂ ਉਨ੍ਹਾਂ ਨੇ ਲਾਹੌਰ ਨੇੜੇ ਅਫਗਾਨ ਅਸਲੇਖਾਨੇ ਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਦੇ ਹੱਥ ਮਸ਼ਹੂਰ ਹਰੇਕਾਂਸੀ ਵਾਲੀ ਤੋਪ ਜ਼ਮਜ਼ਮਾ ਲੱਗੀ। ਇਹ ਤੋਪ ਇੰਨੀ ਖਤਰਨਾਕ ਸੀ ਕਿ ਮਸ਼ਹੂਰ ਲੇਖਕ ਰੂਡਿਆਰਡ ਕਿਪਲਿੰਗ ਨੇ ਇਸ ਨੂੰ ਬਕਾਇਦਾ ਅੱਗ ਉਗਲਣ ਵਾਲਾ ਅਜਗਰ ਲਿਖਿਆ ਹੈ। ਅਸਲ ਵਿੱਚ ਇਹ ਪੰਜਾਬ ਤੇ ਪੂਰੀ ਜਿੱਤ ਦਾ ਇੱਕ ਵੱਡਾ ਪ੍ਰਤੀਕ ਬਣ ਗਈ ਸੀ। ਤੇ ਹਾਂ, ਇੱਥੇ ਇੱਕ ਬਹੁਤ ਹੀ ਖਾਸ ਗੱਲ, ਇਸ ਪੂਰੇ ਦੌਰ ਵਿੱਚ ਔਰਤਾਂ ਦੀ ਭੂਮਿਕਾ ਵੀ ਓਨੀ ਹੀ ਅਹਿਮ ਅਤੇ ਤਾਕਤਵਰ ਸੀ। ਕਨਹੱਈਆ ਮਿਸਲ ਦੀ ਸਦਾ ਕੌਰ ਨੂੰ ਹੀ ਲੈ ਲਓ, ਉਨ੍ਹਾਂ ਦੀ ਰਾਜਨੀਤਿਕ ਅਤੇ ਫੌਜੀ ਤਾਕਤ ਬੇਮਿਸਾਲ ਸੀ। ਉਹ ਸਿਰਫ ਇੱਕ ਮਹਿਲਾ ਆਗੂ ਨਹੀਂ ਸਨ, ਬਲਕਿ ਇੱਕ ਪੂਰਾ ਰਣਨੀਤਿਕ ਦਿਮਾਗ ਸਨ। ਉਨ੍ਹਾਂ ਨੇ ਫੌਜਾਂ ਦੀ ਅਗਵਾਈ ਕੀਤੀ ਅਤੇ 1799 ਵਿੱਚ ਲਾਹੌਰ ਉੱਤੇ ਕਬਜ਼ਾ ਕਰਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਵੱਧ ਮਦਦ ਕੀਤੀ ਸੀ। ਅਸਲ ਵਿੱਚ ਸਦਾ ਕੌਰ ਤਾਂ ਇੱਕ ਬਹੁਤ ਵੱਡੀ ਵਿਰਾਸਤ ਦਾ ਹਿੱਸਾ ਸਨ। ਹੋਰ ਵੀ ਕਈ ਤਾਕਤਵਰ ਮਹਿਲਾਵਾਂ ਸਨ, ਜਿਵੇਂ ਨਿਸ਼ਾਨਵਾਲੀਆ ਮਿਸਲ ਦੀ ਦਇਆ ਕੌਰ, ਜਿਸ ਨੂੰ ਇੱਕ ਸ਼ਾਨਦਾਰ ਸ਼ਾਸਕ ਕਿਹਾ ਜਾਂਦਾ ਸੀ। ਸ਼ੁਕਰ ਚੱਕੀਆ ਮਿਸਲ ਦੀ ਮਾਈਦੇ ਸਾਂ, ਜਿਸ ਨੇ ਆਪਣੇ ਛੋਟੇ ਪੁੱਤਰ ਲਈ ਪੂਰੇ ਜੋਸ਼ ਨਾਲ ਰਾਜ ਸੰਭਿਆ। ਅਤੇ ਡੱਲੇਵਾਲੀਆ ਮਿਸਲ ਦੀ ਰਤਨ ਕੌਰ, ਉਨ੍ਹਾਂ ਨੂੰ ਤਾਂ ਟੁੱਟੀਆਂ ਕੰਧਾਂ ਤੇ ਹੱਥ ਵਿੱਚ ਤਲਵਾਰ ਫੜ ਕੇ ਜੰਗ ਲੜੀ। ਮਤਲਬ ਇਹ ਔਰਤਾਂ ਕਮਾਲ ਦੀਆਂ ਪ੍ਰਸ਼ਾਸਕ ਅਤੇ ਬਹੁਤ ਬਹਾਦਰ ਯੋਧੇ ਸਨ। ਹੁਣ ਜ਼ਰਾ ਦਲੇਰੀ ਦਾ ਇਹ ਪੱਤਰ ਦੇਖੋ। 1783 ਦੀ ਗੱਲ ਏ, ਕਰੋੜ ਸਿੰਘੀਆ ਮਿਸਲ ਦੇ ਮਹਾਨ ਕਮਾਂਡਰ ਬਘੇਲ ਸਿੰਘ ਨੇ ਉਹ ਕਰ ਦਿਖਾਇਆ ਜੋ ਉਸ ਵੇਲੇ ਬਿਲਕੁਲ ਅਸੰਭਵ ਲੱਗਦਾ ਸੀ। ਉਹ ਸਿੱਧਾ ਦਿੱਲੀ ਵਿੱਚ ਦਾਖਲ ਹੋਏ ਅਤੇ ਮੁਗਲਾਂ ਦੇ ਲਾਲ ਕਿਲੇ ਉੱਤੇ ਆਪਣਾ ਖਾਲਸਾ ਨਿਸ਼ਾਨ ਚੁਲਾ ਦਿੱਤਾ। ਇਹ ਸਿਰਫ ਕੋਈ ਫੌਜੀ ਜਿੱਤ ਨਹੀਂ ਸੀ, ਇਹ ਤਾਂ ਸਦੀਆਂ ਤੋਂ ਹੁੰਦੇ ਆ ਰਹੇ ਜ਼ੁਲਮ ਦੇ ਖਿਲਾਫ ਇੱਕ ਬਹੁਤ ਹੀ ਵੱਡੀ ਅਤੇ ਗਰਜਵੀ ਆਵਾਜ਼ ਸੀ। ਤੇ ਸਭ ਤੋਂ ਦਿਲਚਸਪ ਗੱਲ ਇਹ ਕਿ ਬਘੇਲ ਸਿੰਘ ਦਾ ਦਿੱਲੀ ਜਾਣਾ ਸਿਰਫ ਕੋਈ ਫੌਜੀ ਹਮਲਾ ਜਾਂ ਛਾਪਾ ਨਹੀਂ ਸੀ, ਇਹ ਇੱਕ ਬਹੁਤ ਹੀ ਸੋਚੀ ਸਮਝੀ ਰਣਨੀਤੀ ਸੀ। ਭੱਜ ਰਹੇ ਅਮੀਰਾਂ ਤੋਂ ਪੈਸਾ ਕੱਢਣਾ, ਲੁੱਟ ਦਾ 10ਵਾਂ ਹਿੱਸਾ ਇਕੱਠਾ ਕਰਨਾ ਅਤੇ ਫਿਰ 1 ਲੱਖ ਰੁਪਏ ਸਿੱਧਾ ਅੰਮ੍ਰਿਤਸਰ ਦੇ ਹਰਮਿੰਦਰ ਸਾਹਿਬ ਭੇਜਣਾ। ਨਾਲ ਦੀ ਨਾਲ ਮੁਗਲ ਬਾਦਸ਼ਾਹ ਨਾਲ ਬਕਾਇਦਾ ਸੰਧੀ ਕਰਕੇ ਦਿੱਲੀ ਵਿੱਚ 7 ਇਤਿਹਾਸਿਕ ਗੁਰਦੁਆਰੇ ਬਣਾਉਣੇ, ਇਹ ਉੱਚ ਪੱਧਰੀ ਕੂਟਨੀਤੀ ਦੀ ਇੱਕ ਬਹੁਤ ਹੀ ਸ਼ਾਨਦਾਰ ਮਿਸਾਲ ਹੈ।
ਜੇਕਰ ਆਪਾਂ ਸ਼ੁਰੂਆਤੀ ਅਤੇ ਆਖਰੀ ਦੌਰ ਦਾ ਫਰਕ ਦੇਖੀਏ ਤਾਂ ਇਹ ਬਦਲਾਅ ਸੱਚਮੁੱਚ ਹੈਰਾਨ ਕਰਨ ਵਾਲਾ ਹੈ। 18ਵੀਂ ਸਦੀ ਦੇ ਸ਼ੁਰੂ ਵਿੱਚ ਦੇਖੋ, ਇਹ ਛੋਟੇ-ਛੋਟੇ ਬਾਗੀ ਸਮੂਹ ਸਨ ਜੋ ਸਿਰਫ ਆਪਣੀ ਹੋਂਦ ਬਚਾਉਣ ਲਈ ਲੜ ਰਹੇ ਸਨ। ਪਰ ਸਦੀ ਖਤਮ ਹੁੰਦੇ-ਹੁੰਦੇ ਉਹ ਪ੍ਰਭੂ ਸੱਤਾ ਸੰਪੰਨ ਆਗੂ ਬਣ ਚੁੱਕੇ ਸਨ ਜੋ ਆਪਣੀਆਂ ਵੱਡੀਆਂ-ਵੱਡੀਆਂ ਰਿਆਸਤਾਂ ਅਤੇ ਗੁੰਝਲਦਾਰ ਕੂਟਨੀਤਿਕ ਗੱਠਜੋੜ ਬੜੇ ਆਰਾਮ ਨਾਲ ਚਲਾ ਰਹੇ ਸਨ। ਬਹੁਤ ਵੱਡੀ ਤਬਦੀਲੀ ਸੀ ਇਹ। ਪਰ ਇਹ ਪ੍ਰਭੂ ਸੱਤਾ ਸਿਰਫ ਤਲਵਾਰ ਦੇ ਜ਼ੋਰ ਤੇ ਨਹੀਂ ਆਈ ਸੀ। ਇਸ ਪਿੱਛੇ ਬਹੁਤ ਸਮਝਦਾਰੀ ਵਾਲੇ ਫੈਸਲੇ ਸਨ। ਮਿਸਾਲ ਵਜੋਂ ਨਕਈ ਮਿਸਲ ਦਾ 1789 ਵਿੱਚ ਰਣਜੀਤ ਸਿੰਘ ਨਾਲ ਰਣਨੀਤਿਕ ਵਿਆਹ, ਜਾਂ ਫਿਰ ਫੁਲਕਿਆ ਮਿਸਲ ਦੇ ਬਾਬਾ ਆਲਾ ਸਿੰਘ ਵੱਲੋਂ ਵਰਤੀ ਗਈ ਬਿਹਤਰੀਨ ਕੂਟਨੀਤੀ ਅਤੇ ਡੱਲੇਵਾਲੀਆ ਮਿਸਲ ਦੇ ਤਾਰਾ ਸਿੰਘ ਗੈਬਾ ਨੇ ਤਾਂ ਗਰੀਬਾਂ ਲਈ ਮੁਫਤ ਲੰਗਰ ਹੀ ਖੋਲ੍ਹ ਦਿੱਤੇ ਸਨ। ਇਨ੍ਹਾਂ ਸਮਾਜਿਕ ਭਲਾਈ ਦੇ ਕੰਮਾਂ ਨੇ ਹੀ ਅਸਲ ਵਿੱਚ ਆਮ ਲੋਕਾਂ ਦੇ ਦਿਲ ਜਿੱਤੇ ਸਨ। ਖੈਰ, ਮਿਸਲਾਂ ਦੇ ਇਸ ਪੂਰੇ ਯੁੱਗ ਨੇ ਆਖਿਰਕਾਰ ਸ਼ੁਕਰ ਚੱਕਿਆ ਮਿਸਲ ਨੂੰ ਸਭ ਤੋਂ ਉੱਪਰ ਉੱਠਣ ਅਤੇ ਬਾਕੀ ਤਾਕਤਾਂ ਨੂੰ ਇਕੱਠਾ ਕਰਨ ਦਾ ਰਾਹ ਦਿਖਾਇਆ। ਇਹ ਉਹ ਅਹਿਮ ਮੋੜ ਸੀ ਜਿੱਥੋਂ ਮਹਾਂ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ਾਲ ਸਿੱਖ ਰਾਜ ਦੇ ਜਨਮ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਸ਼ੁਰੂ ਹੋ ਗਈਆਂ ਸਨ। ਸ਼ੁਕਰ ਚੱਕਿਆ ਮਿਸਲ ਦੇ ਆਗੂ ਮਹਾਂ ਸਿੰਘ ਅਸਲ ਵਿੱਚ ਇੰਨੇ ਕਾਬਲ ਸਨ ਕਿ ਇਤਿਹਾਸਕਾਰ ਹਰੀ ਰਾਮ ਗੁਪਤਾ ਦਾ ਮੰਨਣਾ ਹੈ ਕਿ ਜੇਕਰ ਉਹ 10 ਸਾਲ ਹੋਰ ਜਿਉਂਦੇ ਰਹਿੰਦੇ ਤਾਂ ਸ਼ਾਇਦ ਪੂਰੇ ਉੱਤਰੀ ਭਾਰਤ ਦੇ ਇਕੱਲੇ ਬਾਦਸ਼ਾਹ ਹੁੰਦੇ। ਜ਼ਰਾ ਸੋਚੋ, ਉਹਨਾਂ ਦੀ ਦੂਰਅੰਦੇਸ਼ੀ ਅਤੇ ਤਾਕਤ ਦਾ ਪੱਧਰ ਸੱਚਮੁੱਚ ਕਿੰਨਾ ਉੱਚਾ ਹੋਵੇਗਾ। ਪਰ ਇਤਿਹਾਸ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਮਹਾਂ ਸਿੰਘ ਤੋਂ ਬਾਅਦ ਉਹਨਾਂ ਦੇ ਪੁੱਤਰ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ 12 ਮਿਸਲਾਂ ਵੱਲੋਂ ਰੱਖੀ ਗਈ ਮਜ਼ਬੂਤ ਨੀਂਹ ਦੀ ਬਹੁਤ ਹੀ ਸੁਚੱਜੀ ਵਰਤੋਂ ਕੀਤੀ। ਉਹਨਾਂ ਨੇ ਸਾਰੇ ਇਲਾਕਿਆਂ ਨੂੰ ਇਕਜੁੱਟ ਕੀਤਾ ਅਤੇ ਆਖਿਰਕਾਰ 1799 ਵਿੱਚ ਇੱਕ ਬਹੁਤ ਹੀ ਸ਼ਕਤੀਸ਼ਾਲੀ ਅਤੇ ਵਿਸ਼ਾਲ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ, ਜਿਸ ਨੇ ਪੂਰੀ ਦੁਨੀਆ ਭਰ ਵਿੱਚ ਆਪਣੀ ਅਮਿੱਟ ਛਾਪ ਛੱਡੀ। ਇਤਿਹਾਸ ਦੇ ਇਸ ਸ਼ਾਨਦਾਰ ਸਫ਼ਰ ਤੋਂ ਬਾਅਦ ਦਿਮਾਗ ਵਿੱਚ ਇੱਕ ਬਹੁਤ ਹੀ ਡੂੰਘਾ ਸਵਾਲ ਪੈਦਾ ਹੁੰਦਾ ਹੈ। ਦਲ ਖਾਲਸਾ ਦੀ ਇਹ ਵਿਰਾਸਤ ਆਪਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ਜਦੋਂ ਲਤਾੜੇ ਹੋਏ ਅਤੇ ਖਿੰਡਰੇ ਹੋਏ ਲੋਕ ਆਪਣੀ ਕਿਸਮਤ ਖੁਦ ਲਿਖਣ ਲਈ ਇਕੱਠੇ ਹੋ ਜਾਂਦੇ ਨੇ ਤਾਂ ਇਤਿਹਾਸ ਦਾ ਰੁਖ ਕਿਵੇਂ ਬਦਲ ਜਾਂਦਾ ਹੈ। ਇਹ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਬੇਮਿਸਾਲ ਹਿੰਮਤ ਨਾਲ ਜ਼ੁਲਮ ਦੀਆਂ ਅਸਥੀਆਂ ਵਿੱਚੋਂ ਵੀ ਇੱਕ ਨਵਾਂ ਸਾਮਰਾਜ ਸਿਰਜਿਆ ਜਾ ਸਕਦਾ ਹੈ। ਇਹ ਸੱਚਮੁੱਚ ਇੱਕ ਬਹੁਤ ਹੀ ਪ੍ਰੇਰਨਾਦਾਇਕ ਵਿਸ਼ਲੇਸ਼ਣ ਹੈ ਜੋ ਸਭ ਲਈ ਸਿੱਖਣ ਵਾਲਾ ਹੈ।